ਤੇ ਸੁਹਿਰਦ ਹੈਗੇ। ਇਹ ਕੀ ਕਾਰਨ ਹੈ ਜੀ? ਤੁਸੀਂ ਇਹ ਗੱਲ ਤੇ ਕਹਿ ਰਹੇ ਹੋ ਕਿ ਸੁਹਿਰਦ ਨੇ, ਪਰ ਕੀ ਕਾਰਨ ਹੈ ਕਿ ਮੁੱਢਲੀ ਜਥੇਬੰਦੀ ਹੋਣ ਦੇ ਬਾਵਜੂਦ, ਹਾਂਜੀ ਬਹੁਤ ਚਿਰ ਤੋਂ ਸਿੱਖ ਸੰਘਰਸ਼ ਨਾਲ ਲੱਗੀ ਹੋਣ ਦੇ ਬਾਵਜੂਦ ਵੀ ਤੁਹਾਡੀ ਕੋਈ ਖਾਸ ਮੈਂਬਰਸ਼ਿਪ ਨਹੀਂ ਬਣ ਸਕੀ? ਉਹਦੇ ਕਈ ਕਾਰਨ ਹੈਗੇ ਜੀ। ਅਸੀਂ ਜਿਤਨੇ ਵੀ ਸਾਡੇ ਨੌਜਵਾਨ ਸੀਗੇ ਉਹਨਾਂ ਨੇ ਪੁਲਿਸ ਨੂੰ ਸਟੇਬਲ ਰਹਿਣ ਦੀ ਕੋਸ਼ਿਸ਼ ਰੱਖਿਆ ਹੀ ਨਹੀਂ। ਉਹਨਾਂ ਨੂੰ ਜਿਹੜਾ ਵੀ ਸਾਡਾ ਕੋਈ ਵਰਕਰ ਕੋਈ ਚੰਗਾ ਬਣਾਉਣ ਦੀ ਅਸੀਂ ਕੋਸ਼ਿਸ਼ ਕੀਤੀ, ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈਗੀ, ਪੁਲਿਸ ਨੇ ਰਾਤੋਂ ਰਾਤ ਆ ਕੇ ਉਸ ਨੂੰ ਨੱਪ ਦਿੱਤਾ ਹੈਗਾ। ਅਸੀਂ ਕਿਸ ਤਰ੍ਹਾਂ ਆਪਣੀ ਮੈਂਬਰਸ਼ਿਪ? ਨਹੀਂ, ਤੁਸੀਂ ਕੋਈ ਹਥਿਆਰਬੰਦ ਆਰਗੇਨਾਈਜੇਸ਼ਨ ਤੇ ਹੈ ਨਹੀਂ? ਨਹੀਂ ਜੀ। ਹਾਂਜੀ, ਤੁਸੀਂ ਇੱਕ ਡੈਮੋਕ੍ਰੈਟਿਕ, ਹਾਂਜੀ, ਅਸੀਂ ਸਾਡਾ ਜੋ ਸਿਸਟਮ ਹੈਗਾ ਅਸੀਂ ਚਾਹੁੰਦੇ ਹਾਂ ਕਿ ਕੌਮ ਨੂੰ ਡੈਮੋਕ੍ਰੈਟਿਕ ਤਰੀਕੇ ਨਾਲ ਤਿਆਰ ਕੀਤਾ ਜਾਏ ਔਰ ਸੰਘਰਸ਼ ਜਿਹੜਾ। ਫਿਰ ਇਸ ਦੇ ਬਾਵਜੂਦ ਵੀ ਤੁਹਾਡੀ ਜਿਹੜੀ ਕੋਈ ਮੈਂਬਰਸ਼ਿਪ ਨਹੀਂ ਵੱਧ ਸਕੀ, ਤੁਹਾਡੇ ਨਾਲ ਸਿੱਖ ਆਵਾਮ ਨਹੀਂ ਜੁੜ ਸਕਿਆ, ਉਹਦੇ ਕੀ ਕਾਰਨ ਸਨ? ਐਕਚੁਅਲੀ ਅਸੀਂ ਇਹ ਵੀ ਨਹੀਂ ਕਹਿ ਸਕਦੇ ਜੀ ਕਿ ਸਾਡੇ ਨਾਲ ਕੋਈ ਹੈ ਵੀ ਨਹੀਂ ਹੈਗਾ, ਪਰ ਕਿਉਂਕਿ ਜਿਤਨੀਆਂ ਵੀ ਇਸ ਵਕਤ ਸਾਡੀਆਂ ਜਥੇਬੰਦੀਆਂ ਹੈਗੀਆਂ ਬੰਦੇ ਤਾਂ ਉਹਨਾਂ ਨਾਲ ਗਿਣੇ ਚੁਣੇ ਹੀ ਹੈਗੇ, ਪਰ ਜ਼ਿਆਦਾ ਜਿਹੜੇ ਬੰਦੇ ਹੈਗੇ ਉਹ ਕਿਹਦੇ ਨਾਲ ਜੁੜੇ ਹੈਗੇ? ਬਾਦਲ ਸਾਹਿਬ ਨਾਲ ਜੁੜੇ ਹੈਗੇ। ਕਿਉਂ ਬਾਦਲ ਸਾਹਿਬ ਨਾਲ ਜੁੜੇ ਹੈਗੇ? ਲੋਕੀ ਬਹੁਤ ਸਾਰਾ ਲੋਕਾਂ ਨੇ ਦੁੱਖ ਸਰੀਰ ਦੇ ਹੰਡਾਇਆ ਹੈਗਾ 84 ਦੇ ਸਮੇਂ ਤੋਂ ਲੈ ਕੇ ਬਾਅਦ ਦੇ ਵਿੱਚ। ਲੋਕਾਂ ਦੇ ਕੰਮ ਕਾਜ ਦੂਜੇ ਤੀਜੇ ਕਈ ਪ੍ਰੋਬਲਮਾਂ ਜਿਹੜੀਆਂ ਲੋਕਾਂ ਦੇ ਸਾਹਮਣੇ ਸੀਗੀਆਂ, ਪਰ ਉਹਨਾਂ ਕੋਲ ਲੋਕਾਂ ਕੋਲ ਇੱਕੋ ਹੀ ਰਸਤਾ ਦਿਸਿਆ ਸੀ ਕਿ ਬਾਦਲ ਜਿਹੜਾ ਹੈਗਾ ਇਹ ਸਾਡੇ ਕੰਮ ਜਿਹੜੇ ਹੈਗੇ ਸਿੱਧੇ ਕਰ ਦੇਗਾ। ਲੋਕੀ ਸਾਰੇ ਉਹਦੇ ਨਾਲ ਜੁੜੇ ਹੈਗੇ ਔਰ ਜਿਹੜੀਆਂ ਭਾਰਤ ਸਰਕਾਰ ਦੀਆਂ ਏਜੰਸੀਆਂ ਸੀਗੀਆਂ ਉਹਨਾਂ ਦੀ ਵੀ ਕੋਸ਼ਿਸ਼ ਇਹ ਹੈਗੀ ਕਿ ਬਾਦਲ ਜਿਹੜਾ ਹੈਗਾ ਬੰਦਾ ਸਹੀ ਬੈਠੇਗਾ। ਅਗਰ ਉਹ ਬੈਠੇਗਾ ਤੇ ਬਾਕੀਆਂ ਨੂੰ ਜਥੇਬੰਦੀਆਂ ਨੂੰ ਜ਼ੀਰੋ ਕਰਨ ਵਾਸਤੇ ਉਹਨੂੰ ਫਰੰਟ ਦੇ ਲਿਆਂਦਾ ਹੈ। ਮੇਰਾ ਖਿਆਲ ਪ੍ਰਿਤਪਾਲ ਸਿੰਘ ਜੀ ਸੱਚਾਈ ਇਹ ਵੀ ਹੈ ਕਿ ਜਨਤਾ ਨੇ ਉਹਨਾਂ ਨੂੰ ਪਸੰਦ ਕੀਤਾ, ਜਿਹੜੀ ਹਿੰਦੁਸਤਾਨ ਪੰਜਾਬ ਦੇ ਵਿੱਚ ਰਹਿੰਦੀ ਸੀ। ਅਸੀਂ ਸਿਰਫ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੂੰ ਵਰਗਲਾ ਕੇ ਬਾਦਲ ਦੇ ਪਿੱਛੇ ਲਾਇਆ ਗਿਆ। ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਜੀ, ਤੁਸੀਂ ਕਹਿੰਦੇ ਹੈਗੇ ਕਿ ਲੋਕਾਂ ਨੇ ਉਹਨਾਂ ਨੂੰ ਪਸੰਦ ਕੀਤਾ। ਲੋਕਾਂ ਨੇ ਬਾਕੀ ਜਿਹੜੇ ਸੰਘਰਸ਼ਸ਼ੀਲ ਜਿਹੜੇ ਲੋਕ ਸੀ ਉਹਨਾਂ ਨੂੰ ਦੁਰਕਾਰਿਆ ਵੀ ਨਹੀਂ ਹੈਗਾ ਲੋਕਾਂ ਨੇ, ਇਹ ਵੀ ਤੁਹਾਨੂੰ ਦੱਸਦੇ ਜੀ। ਕਿਉਂਕਿ ਮੈਂ ਤੁਹਾਨੂੰ ਦੱਸਣਾ ਕਿ ਜਦੋਂ 1965 ਦੀ ਜੰਗ ਹੋਈ, ਮੈਂ ਇਹ ਗੱਲ ਨਹੀਂ ਕਹੀ, ਮੈਂ ਇਹ ਕਹਿ ਰਿਹਾ ਕਿ ਸੰਤ ਜਰਨੈਲ ਸਿੰਘ ਵਾਹਿਦ ਇੱਕ ਲੀਡਰ ਸਨ ਜਿਨ੍ਹਾਂ ਦੇ ਪਿੱਛੇ ਪੰਥ ਲੱਗਿਆ, ਕੌਮ ਲੱਗੀ, ਮਗਰ ਉਹਨਾਂ ਤੋਂ ਬਾਅਦ ਕੋਈ ਅਸੀਂ ਲੀਡਰਸ਼ਿਪ ਨਹੀਂ ਦੇ ਸਕੇ। ਉਸ ਤੋਂ ਬਾਅਦ ਜਿਹੜੇ ਸਾਡੀ ਕੌਮ ਦੀ ਬਦਕਿਸਮਤੀ ਕਹਿ ਸਕਦੇ ਹਾਂ ਜੀ ਕਿ ਸਾਨੂੰ ਉਹ ਜਿਹਾ ਸੁਹਿਰਦ ਯੋਧੇ ਨਹੀਂ ਮਿਲ ਸਕੇ ਜਿਹਦੀ ਵਜ੍ਹਾ ਨਾਲ ਅਸੀਂ ਬਹੁਤ ਸਾਰਾ ਨੁਕਸਾਨ ਉਠਾਇਆ ਹੈਗਾ। ਅੱਛਾ, ਔਰ ਜਿਹੜੇ ਬੰਦੇ ਸੀਗੇ ਵੀ ਜਿਹੜੇ ਉਸ ਵਕਤ ਸੰਤ ਜਰਨੈਲ ਸਿੰਘ ਜੀ ਤੋਂ ਬਾਅਦ ਕਿਸੇ ਕੋਈ ਸੰਘਰਸ਼ ਦੀ ਸੋਚ ਰੱਖਣ ਵਾਲੇ ਬੰਦੇ ਸੀਗੇ ਉਹ ਸਰਕਾਰ ਨੇ ਮਾਰ ਦਿੱਤੇ ਸਾਰੇ। ਕੌਂਕੇ ਵਰਗੇ ਜਥੇਦਾਰ ਸੀਗੇ, ਬੜੇ ਚੜ੍ਹਦੀ ਕਲਾ ਵਾਲੇ ਸੀਗੇ, ਉਹਨਾਂ ਦਾ ਗਿਆਨਵਾਨ ਸੀਗੇ, ਉਹਨਾਂ ਦੀ ਗੱਲਬਾਤ ਬੜੀ ਪਾਵਰਫੁਲ ਗੱਲਬਾਤ ਸੀਗੀ। ਸਰਕਾਰ ਨੇ ਕਿਸ ਢੰਗ ਨਾਲ ਉਹਨਾਂ ਨੂੰ ਮਾਰਿਆ ਗਿਆ ਦੁਨੀਆ ਦੇ ਸਾਹਮਣੇ। ਭਾਈ ਸਾਹਿਬ ਜੀ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ, ਕੋਈ ਮਨੁੱਖੀ ਅਧਿਕਾਰਾਂ ਦੀ ਅਗਰ ਚਲੋ ਅਸੀਂ ਗੱਲ ਮੰਨੇ ਕਿ ਦੁਨੀਆ ਨੇ ਅੱਜ ਪੰਜਾਬ ਦੇ ਲੋਕਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਚੰਗਾ ਸਮਝ ਕੇ ਉਹਨੂੰ ਬਿਠਾਇਆ, ਪਰ ਉਹ ਅੱਜ ਇਹ ਗੱਲ ਤੇ ਕਰ ਸਕਦਾ ਕਿ ਜਿਨ੍ਹਾਂ ਲੋਕਾਂ ਦੇ ਸਰੀਰ ਦੇ ਦੁੱਖ ਹੰਡਾਇਆ ਹੈਗਾ, ਇੰਨਾ ਕੁਝ ਹੋਇਆ ਹੈਗਾ, ਉਹਨਾਂ ਦੀ ਜਿਹੜੇ ਪੁਲਿਸ ਨੇ ਜਾਂ ਸਰਕਾਰ ਨੇ ਇਹ ਉਹਨਾਂ ਨਾਲ ਤਸ਼ੱਦਦ ਕੀਤੇ, ਉਹਨਾਂ ਤੇ ਕੋਈ ਐਕਸ਼ਨ ਵੀ ਲੈ ਸਕਦਾ। ਭਾਈ ਸਾਹਿਬ ਜੀ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ 25,000 ਨੌਜਵਾਨ ਜੋ ਕਿ ਅਣਪਛਾਤੇ ਦੱਸ ਕੇ ਉਹਨਾਂ ਦੇ ਸੰਸਕਾਰ ਕੀਤੇ ਗਏ ਸਨ, ਉਹਨਾਂ ਦੀ ਖੋਜ ਕੀਤੀ, ਬਾਅਦ 'ਚ ਉਹਨਾਂ ਨੂੰ ਵੀ ਗਾਇਬ ਕਰ ਦਿੱਤਾ ਗਿਆ। ਤੁਸੀਂ ਉਹਨਾਂ ਨਾਲ ਕਦੀ ਮਿਲ ਕੇ ਕੰਮ ਕਰਨ ਦੀ ਕੋਸ਼ਿਸ਼ ਕੀਤੀ? ਐਕਚੁਅਲੀ ਉਹਨਾਂ ਨਾਲ ਅਸੀਂ ਮਤਲਬ ਮਿਲ ਨਹੀਂ ਸਕੇ ਹੈਗੇ ਕਿਉਂਕਿ ਜਦੋਂ ਇੱਥੇ ਆਏ ਸੀਗੇ ਸਾਡੇ ਸਵਿਟਜ਼ਰਲੈਂਡ ਮੇਰੇ ਕੋਲ ਵੀ ਥੋੜਾ ਹੀ ਸਮਾਂ ਹੋਇਆਗਾ ਮੈਨੂੰ ਬਾਹਰ ਅੰਦਰ ਜਾਣ ਦੀ ਪਰਮਿਸ਼ਨ ਮਿਲੀ ਹੈਗੀ। ਪਹਿਲਾਂ ਮੇਰੇ ਦੇ ਵੀ ਬਿਆਨ ਸੀ ਕਿ ਮੈਂ ਮਤਲਬ ਸਵਿਸ ਵਿੱਚ ਰਹਿ ਸਕਦਾ ਹੈਗਾ, ਬਾਹਰ ਨਹੀਂ ਜਾ ਸਕਦਾ, ਪਰ ਜਿਤਨੇ ਜੋਗਾ ਮੈਂ ਸੀਗਾ, ਮੈਂ ਜਿਤਨੀਆਂ ਵੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਸੀਗੀਆਂ ਬਾਹਰ, ਜਿਤਨੇ ਵੀ ਚਾਹੇ ਇੱਥੇ ਹੋਰ ਵੀ ਫੈਡਰੇਸ਼ਨ ਦੇ ਸਿੰਘ ਹੈਗੇ, ਸਾਡਾ ਬੜਾ ਆਪਸੀ ਪਿਆਰ ਮੁਹੱਬਤ ਹੈਗਾ, ਸਾਰਿਆਂ ਨਾਲ ਅਸੀਂ ਮਿਲ ਕੇ ਅਸੀਂ ਕੰਮ ਸ਼ੁਰੂ ਤੋਂ ਕਰਦੇ ਰਹੇ ਹੈਗੇ ਔਰ ਅੱਜ ਵੀ ਕਰ ਰਹੇ ਹੈਗੇ। ਭਾਈ ਸਾਹਿਬ ਪ੍ਰਿਤਪਾਲ ਸਿੰਘ ਜੀ ਮੈਨੂੰ ਇੱਕ ਗੱਲ ਦੱਸੋ ਕਿ 1984 ਦੇ ਵਿੱਚ ਮਿਸਿਸ ਇੰਦਰਾ ਗਾਂਧੀ ਦੇ ਅਸੈਸੀਨੇਸ਼ਨ ਬਾਅਦ ਬਹੁਤ ਵੱਡੇ ਤਾਦਾਦ ਸਿੱਖਾਂ ਨੂੰ ਕਤਲ ਕੀਤਾ ਗਿਆ, ਇੱਕ ਸਿੱਖ ਜੈਨੋਸਾਈਡ ਸੀ, ਉਹ ਅਸੀਂ ਉਸ ਗੱਲ ਨੂੰ ਇੰਟਰਨੈਸ਼ਨਲ ਲੈਵਲ ਤੇ ਕਿਉਂ ਨਹੀਂ ਲਿਜਾ ਸਕੇ? ਇਹਦੇ ਕੀ ਕਾਰਨ ਸਨ? ਐਕਚੁਅਲੀ ਅੱਜ ਉਹ ਗੱਲ ਇੰਟਰਨੈਸ਼ਨਲ ਪੱਧਰ ਤੇ ਪੁੱਜੀ ਹੈਗੀ ਜੀ। ਮੈਂ ਤੁਹਾਨੂੰ ਇੱਕ ਮਿਸਾਲ ਦੇ ਦਿੰਦਾ ਕਿ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈਗਾ ਕਿ ਜਦੋਂ ਸਾਨੂੰ ਨੌਕਰੀਆਂ ਚੋਂ ਡਿਸਮਿਸ ਕਰ ਦਿੱਤਾ ਗਿਆ ਸੀਗਾ ਤੇ ਦਾਸ ਨੇ ਯੂਨਾਈਟਿਡ ਨੇਸ਼ਨ ਦੇ ਵਿੱਚ ਆ ਕੇ ਇੱਥੇ ਉਹ ਰਿਟ ਕੀਤੀ ਸੀਗੀ ਕਿ ਭਾਈ ਸਾਨੂੰ ਇਹ ਬੰਦੇ ਹੈਗੇ ਜਿਨ੍ਹਾਂ ਨੂੰ ਸਾਨੂੰ ਬਿਨਾਂ ਵਜ੍ਹਾ ਨੌਕਰੀਆਂ ਤੋਂ ਡਿਸਮਿਸ ਕਰ ਦਿੱਤਾ ਗਿਆ, ਔਰ ਯੂਨਾਈਟਿਡ ਨੇਸ਼ਨ ਨੇ ਐਕਸ਼ਨ ਲਿਆ ਔਰ ਜਿਹਦੀ ਵਜ੍ਹਾ ਨਾਲ ਸਾਡੇ ਬਹੁਤ ਸਾਰੇ ਸਿੰਘ ਜਿਹੜੇ ਸੀ ਦੁਬਾਰਾ ਨੌਕਰੀਆਂ ਦੇ ਬਹਾਲ ਹੋ ਗਏ ਉੱਥੇ। ਔਰ ਜਿਸ ਤਰ੍ਹਾਂ
ਸਿੱਖਾਂ ਦਾ ਕਤਲੇਆਮ ਹੁੰਦਾ ਰਿਹਾ, ਅਸੀਂ ਗਾਏ ਬਗਾਏ ਜੋ ਮੈਮੋਰੰਡਮ ਸਰਕਾਰਾਂ ਤੱਕ ਉੱਥੇ ਯੂਨਾਈਟਿਡ ਨੇਸ਼ਨ ਦੇ ਵਿੱਚ ਅਸੀਂ ਗੱਲਬਾਤ ਕਰਦੇ ਰਹੇ, ਉਹਦੀ ਵਜ੍ਹਾ ਨਾਲ ਵੀ ਕਾਫੀ ਮਤਲਬ ਰੋਕਥਾਮ ਹੋਈ ਹੈਗੀ। ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਕੁਝ ਨਹੀਂ ਹੋਇਆ, ਪਰ ਜਿੱਥੇ ਤੱਕ ਜੈਨੋਸਾਈਡ ਦੀ ਗੱਲ ਹੈਗੀ, ਇਹ ਅਸੀਂ ਪਿਛਲੇ 3 ਸਾਲਾਂ ਵਿੱਚ ਯੂਨਾਈਟਿਡ ਨੇਸ਼ਨ ਦੇ ਵਿੱਚ ਆਪਣੇ ਕਸ਼ਮੀਰੀ, ਅਸਾਮੀ, ਨਾਗੇ ਜੀ ਔਰ ਸਿੱਖ ਜੀ ਅਸੀਂ ਜੁਆਇੰਟਲੀ ਇੱਕ ਟੀਮ ਬਣਾਈ ਹੈਗੀ, ਜੀ ਕਿਉਂਕਿ ਸਾਡਾ ਜਿਹੜਾ ਮਸਲਾ ਹੈਗਾ ਸਾਰਿਆਂ ਦਾ ਇੱਕੋ ਹੀ ਹੈਗਾ। ਜੀ ਕਿਉਂਕਿ ਅਗਰ ਅਸਾਮ ਵਿੱਚ ਉਸੇ ਢੰਗ ਨਾਲ ਹੀ ਕਤਲ ਹੋ ਰਿਹਾ, ਨਾਗੇ ਵੀ ਉਦਾਂ ਹੀ ਮਾਰੇ ਜਾ ਰਹੇ ਆ, ਸਿੱਖਾਂ ਨੂੰ ਵੀ ਉਦਾਂ ਹੀ ਮਾਰਿਆ, ਕਸ਼ਮੀਰੀਆਂ ਨੂੰ ਵੀ ਉਦਾਂ ਹੀ ਮਾਰੀ ਜਾ ਰਿਹਾ। ਜੀ ਪਰ ਅਸੀਂ ਜੁਆਇੰਟਲੀ 3 ਵਾਰ ਉੱਥੇ ਯੂਨਾਈਟਿਡ ਨੇਸ਼ਨ ਇੰਟਰਫੇਥ ਆਰਗੇਨਾਈਜੇਸ਼ਨ ਦੇ ਬੈਨਰ ਦੇ ਥੱਲੇ ਅਸੀਂ ਯੂਨਾਈਟਿਡ ਨੇਸ਼ਨ ਵਿੱਚ 3 ਵਾਰ ਬਰੀਫਿੰਗ ਕੀਤੀ ਹੈਗੀ, ਜੀ ਔਰ ਯੂਨਾਈਟਿਡ ਨੇਸ਼ਨ ਦੇ ਵਿੱਚ ਇਸ ਚੀਜ਼ ਦਾ ਪੂਰਾ ਪਤਾ ਹੈਗਾ ਉਹਨਾਂ ਨੂੰ, ਜੀ ਹਰ ਚੀਜ਼ ਦਾ ਪਤਾ ਲੱਗ ਗਿਆ ਹੈਗਾ ਕਿ ਭਾਈ ਯੂਨਾਈਟਿਡ ਨੇਸ਼ਨ ਵਿੱਚ ਜਦੋਂ ਹਿਊਮਨ ਰਾਈਟਸ ਕਾਉਂਸਲ ਦਾ ਸੈਸ਼ਨ ਸੀਗਾ, ਦਾਸ ਉੱਥੇ ਬੋਲਿਆ ਹੈਗਾ ਕਿ ਭਾਈ ਸਾਡੇ ਨਾਲ ਕੀ ਹੋਇਆ ਹੈਗਾ। ਅੱਛਾ, ਪਰ ਤੁਸੀਂ ਉੱਥੇ ਉਹਨਾਂ ਨੂੰ ਹਰ ਬੋਲੇ। ਚੀਜ਼ ਦਾ ਪਤਾ, ਲੇਕਿਨ ਮੈਂ ਤੁਹਾਨੂੰ ਦੱਸ ਰਿਹਾ ਕਿ ਉਹ ਐਕਸ਼ਨ ਕਿਉਂ ਨਹੀਂ ਲੈਂਦੇ। ਉੱਥੇ ਭਾਰਤ ਸਰਕਾਰ ਦਾ ਇਨਫਲੂਐਂਸ ਬਹੁਤ ਹੈਗਾ, ਉੱਥੇ ਭਾਰਤ ਸਰਕਾਰ ਦਾ ਇਨਫਲੂਐਂਸ ਬਹੁਤ ਹੈਗਾ। ਈਵਨ ਕਿ ਜਿਹੜੇ ਅਸੀਂ 4 ਸਿੱਖ ਜਾ ਕੇ ਉੱਥੇ ਕੋਈ ਮੈਮੋਰੰਡਮ ਦਿੰਦੇ ਆ ਜਾਂ ਸਾਨੂੰ ਪਾੜਨ ਵਿੱਚ ਸਰਕਾਰ ਕਈ ਕੋਸ਼ਿਸ਼ਾਂ ਕਰਦੀ ਹੈਗੀ, ਜੀ ਤਾਂ ਸਾਨੂੰ ਉੱਥੇ ਕਾਮਯਾਬ ਹੋਣ ਨਹੀਂ ਦਿੰਦੇ, ਕਿਉਂਕਿ ਪਿਛਲੇ 2-3 ਸਾਲਾਂ ਵਿੱਚ ਅਸੀਂ 3-4 ਵਾਰ ਜਿਸ ਵਕਤ ਬਰੀਫਿੰਗ ਕੀਤੀ, ਜੀ 20-25-30 ਬੰਦੇ ਅਸੀਂ ਯੂਨਾਈਟਿਡ ਨੇਸ਼ਨ ਅੰਦਰ ਜਾ ਕੇ ਬਹਿੰਦੇ ਸੀ ਕਿ ਕੇਸਰੀਆਂ ਪਗੜੀਆਂ ਬਣ ਗਏ, ਤੇ ਜਿਹੜੀਆਂ ਸਰਕਾਰ ਦੇ ਜਿਹੜੇ ਨੁਮਾਇੰਦੇ ਸੀਗੇ ਭਾਰਤ ਸਰਕਾਰ ਦੇ, ਉਹਨਾਂ ਨੂੰ ਤੇ ਤਰੇਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਭਾਈ ਇਹ ਲੋਕ ਅੰਦਰ ਕਿੱਦਾਂ ਆ ਗਏ। ਜੀ ਉਹ ਤੇ ਸਾਨੂੰ ਸਮਝਦੇ ਨਹੀਂ ਸੀਗੇ ਭਾਈ ਇਹ ਲੋਕ ਵੀ ਜ਼ਿੰਦਗੀ 'ਚ ਕਦੇ ਪਛੜੇ ਹੋਏ ਲੋਕ ਸਾਨੂੰ ਸਮਝਦੇ ਸੀਗੇ, ਪਰ ਉਹਨਾਂ ਨੂੰ ਇਸ ਚੀਜ਼ ਦਾ ਕਿ ਭਾਈ ਸਿੱਖ ਹੁਣ ਉੱਥੇ ਵੀ ਪੁੱਜ ਗਏ ਆ। ਭਾਈ ਸਾਹਿਬ, ਭਾਈ ਪ੍ਰਿਤਪਾਲ ਸਿੰਘ ਜੀ, ਹਿਊਮਨ ਰਾਈਟਸ ਬਹੁਤ ਸਾਰੇ ਗਰੁੱਪ ਨੇ ਪੰਜਾਬ ਦੇ ਵਿੱਚ, ਔਰ ਬਹੁਤ ਸਾਰੀਆਂ ਜਥੇਬੰਦੀਆਂ ਆਪਣੇ ਆਪਣੇ ਤੌਰ ਤੇ ਕੰਮ ਕਰਦੀਆਂ ਨੇ। ਹਾਂਜੀ, ਇਹ ਕੀ ਕਾਰਨ ਹੈ ਕਿ ਅਸੀਂ ਇੱਕ ਵੱਡਾ ਅੰਬਰੇਲਾ, ਇੱਕ ਵੱਡੀ ਆਰਗੇਨਾਈਜੇਸ਼ਨ ਨਹੀਂ ਬਣਾ ਸਕੇ? ਕੀ ਇਹ ਸਿੱਖਾਂ ਦੀ ਈਗੋ ਵਿੱਚ ਆ ਗਈ ਜਾਂ ਕਹਿੰਦੇ ਹਉਮੈ ਵਿੱਚ ਆ ਗਈ? ਇਹ ਕਾਰਨ ਸੀ ਜਾਂ ਇਹਦੇ ਕੁਝ ਹੋਰ ਕਾਰਨ ਹੋਣਗੇ? ਐਕਚੁਅਲੀ ਕੋਈ ਹਉਮੈ ਦੇ ਇਤਨੇ ਵੱਡੇ ਕਾਰਨ ਵੀ ਨਹੀਂ ਹੈਗੇ ਜੀ, ਕਿਉਂਕਿ ਜਿਸ ਤਰ੍ਹਾਂ ਅਜੀਤ ਸਿੰਘ ਬੈਂਸ ਔਰ ਸ਼ੁਰੂ ਤੋਂ ਕੰਮ ਕਰਦੇ ਆ ਰਹੇ ਸੀਗੇ, ਅਸੀਂ ਉਹਨਾਂ ਨਾਲ ਹੀ ਸਾਰਾ ਕੰਮ ਕਰਦੇ ਸੀਗੇ। ਜੀ ਔਰ ਉਸ ਤੋਂ ਬਾਅਦ ਜਿਹੜੇ ਬਾਹਰ ਇੱਥੇ ਡਾਕਟਰ ਚੌਹਾਨ ਦੇ ਬੰਦੇ ਸੀਗੇ, ਜੀ ਉਹਨਾਂ ਨਾਲ ਵੀ ਅਸੀਂ ਰਲ ਕੇ ਕੰਮ ਕਰਦੇ ਸੀਗੇ। ਜਿਸ ਤਰ੍ਹਾਂ ਫੈਡਰੇਸ਼ਨ ਦਾ ਖਾਲਸਾ ਹਿਊਮਨ ਰਾਈਟ ਸੀਗੇ, ਇਹ ਸਾਡੇ ਸਤਿਕਾਰਯੋਗ ਸਾਰੇ ਸਾਡੇ ਆਪਣੇ ਭਰਾ ਹੈਗੇ, ਜੀ ਅਸੀਂ ਸਾਰੇ ਇਕੱਠੇ ਉੱਥੇ ਪ੍ਰੋਗਰਾਮ ਕਰਦੇ ਹੈਗੇ, ਔਰ ਪਿਛਲੇ ਸਮੇਂ 'ਚ ਕੀਤੇ ਹੈਗੇ। ਉਹ ਗਾਂਹ ਵੀ ਅਸੀਂ ਸਾਰਿਆਂ ਨੇ ਮਿਲ ਕੇ ਕਰਨੇ ਆ। ਜੀ ਪਰ ਇਹ ਹੈਗਾ ਕਿ ਆਪਣੇ ਤੌਰ ਦੇ ਅਸੀਂ ਜਿਹੜੇ ਵੀ ਜਿਹੜੇ ਸਵਿਸ ਵਿੱਚ ਰਹਿ ਰਹੇ ਆ, ਉਹ ਆਪਣੇ ਢੰਗ ਨਾਲ ਕੰਮ ਕਰ ਰਿਹਾ। ਜਦੋਂ ਲੋੜ ਪਏ ਸਾਰੇ ਸਾਡੇ ਭਰਾ ਸਾਰੇ ਇਕੱਠੇ ਹੋ ਕੇ ਅਸੀਂ ਕੰਮ ਕਰਨਾ ਹੈਗਾ, ਕਿਉਂਕਿ ਇਹ ਭਰਾ ਜੀ ਇੱਕ ਤੁਹਾਨੂੰ ਗੱਲ ਦੱਸਦੀ ਹੈ ਕਿ ਅਸੀਂ ਬੇਸ਼ੱਕ ਆਪਣੇ ਆਪ ਨੂੰ ਹੋਮੇ ਜੋ ਮਰਜ਼ੀ ਕਰੀ ਜਾਈਏ, ਇਹ ਕੌਮ ਦਾ ਸੰਘਰਸ਼ ਹੈ, ਸਾਰਿਆਂ ਦਾ ਸਾਂਝਾ ਹੈਗਾ। ਇਹ ਹਿਊਮਨ ਰਾਈਟਸ ਦਾ ਮਸਲਾ ਸਾਰਿਆਂ ਦਾ ਸਾਂਝਾ ਹੈਗਾ। ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਹੋਣਾ, ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਕੰਮ ਲਈ ਅੱਗੇ ਵਧਣਾ ਚਾਹੀਦਾ ਹੈਗਾ ਜੀ। ਅੱਛਾ ਭਾਈ ਸਾਹਿਬ ਜੀ, ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਵਿਟਜ਼ਰਲੈਂਡ ਦੀ ਧਰਤੀ ਤੋਂ ਉੱਠ ਕੇ ਸਾਡੇ ਕੋਲ ਆਏ ਹੋ ਔਰ ਸਾਨੂੰ ਬਹੁਤ ਸਾਰੀ ਜਾਣਕਾਰੀ ਦਿੱਤੀ ਹੈ। ਜਿੱਥੇ ਹਿਊਮਨ ਰਾਈਟਸ ਦੀ ਗੱਲ ਹੁੰਦੀ ਹੈ, ਉੱਥੇ ਸਿੱਖ ਹਮੇਸ਼ਾ ਹੀ ਵੱਧ ਚੜ ਕੇ ਦੂਸਰਿਆਂ ਦੇ ਹੱਕਾਂ ਦੀ ਰਾਖੀ ਕਰਦੇ ਹਨ, ਔਰ ਅਸੀਂ ਉਮੀਦ ਕਰਦੇ ਹਾਂ ਕਿ ਸਤਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰਨਗੇ, ਔਰ ਸਾਡੇ ਨਾਲ ਦੁਨੀਆ ਦੇ ਕਿਸੇ ਹਿੱਸੇ ਵਿੱਚ ਵੀ ਹੋ ਰਿਹਾ ਧੱਕਾ ਜੋ ਹੈ ਅਸੀਂ ਦੁਨੀਆ ਦੇ ਸਾਹਮਣੇ ਲਿਆ ਸਕੀਏ, ਔਰ ਜੋ ਹੈ ਸੁਰਦ ਹੋ ਕੇ ਅਸੀਂ ਸਾਰੀ ਦੁਨੀਆ ਨੂੰ ਸਰਵ ਕਰ ਸਕੀਏ। ਮੈਂ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਖਾਲਸਾ ਜੀ ਨੂੰ ਅਖੀਰ 'ਚ ਕਹਾਂਗਾ, ਤੁਸੀਂ ਸਿੱਖ ਸੰਗਤ ਦਾ ਧੰਨਵਾਦ ਕਰੋ ਤੇ ਕੋਈ ਤੁਸੀਂ ਅਖੀਰਲੇ ਸ਼ਬਦ ਕੁਝ ਕਹਿਣੇ ਹੋਣ ਤਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਮੂਹ ਸੁਣਨ ਵਾਲਿਆਂ ਦਾ ਧੰਨਵਾਦੀ ਹਾਂ, ਪਰ ਥੋੜੇ ਸਮੇਂ ਵਿੱਚ ਮੈਂ ਜ਼ਿਆਦਾ ਅਸੀਂ ਕੁਝ ਕਹਿ ਨਹੀਂ ਸਕਦੇ। ਮਨ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਕਹਿਣ ਨੂੰ, ਪਰ ਕੱਲ ਸਾਊਥ ਹਾਲ ਦੇ ਵਿੱਚ ਹਿਊਮਨ ਰਾਈਟਸ, ਕਿਉਂਕਿ ਕੱਲ 63ਵਾਂ ਹਿਊਮਨ ਰਾਈਟਸ ਡੇ ਮਨਾਇਆ ਜਾ ਰਿਹਾ ਹੈਗਾ, ਔਰ ਬਹੁਤ ਸਾਰੇ ਪਤਵੰਤੇ ਸੱਜਣ ਜਿਹੜੇ ਨੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਰਹੇ ਨੇ। ਮੈਂ ਸਮੂਹ ਸੁਣਨ ਵਾਲਿਆਂ ਨੂੰ ਬੇਨਤੀ ਕਰਾਂਗਾ ਕਿ ਜਿਹੜੇ ਵੀ ਕੱਲ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਸਕਦੇ ਨੇ ਉਹ ਜ਼ਰੂਰ ਦਰਸ਼ਨ ਦੇਣ, ਔਰ ਜਿਹੜੇ ਵੀ ਕੌਮ ਦੇ ਹਿੱਤਾਂ ਵਾਸਤੇ ਕੰਮ ਕਰਦੇ ਨੇ, ਜਿਹੜੇ ਨੌਜਵਾਨ ਜਾਂ ਜਿਹੜੇ ਵੀ ਜਥੇਬੰਦੀਆਂ, ਉਹਨਾਂ ਦਾ ਵੱਧ ਚੜ੍ਹ ਕੇ ਸਹਿਯੋਗ ਕੀਤਾ ਜਾਏ, ਕਿਉਂਕਿ
ਗੁਰੂ ਨਾਨਕ ਪਾਤਸ਼ਾਹ ਨੇ ਦੋ ਗੱਲਾਂ ਕਹੀਆਂ ਸੀ ਕਿ ਰਾਜ ਦੋ ਕਿਸਮ ਦਾ ਹੁੰਦਾ ਹੈ। ਪਹਿਲਾ ਰਾਜਾ ਉਹ ਹੈ ਜਿਸ ਦੇ ਰਾਜ ਵਿੱਚ ਕੋਈ ਨੰਗਾ ਭੁੱਖਾ ਨਾ ਹੋਵੇ, ਉਹਦੇ ਵਿੱਚ ਰਹਿਣ ਵਾਸਤੇ ਉਹਦੇ ਕੋਲ ਸਭ ਕੁਝ ਹੋਏ, ਉਹ ਰਾਜਾ ਚੰਗਾ ਗਿਣਿਆ ਜਾ ਸਕਦਾ। ਜਾਂ ਦੂਜਾ ਰਾਜਾ ਉਹ ਹੈ ਚੰਗਾ ਤੇ ਜਿਸ ਦੇ ਰਾਜ ਦੇ ਵਿੱਚ ਕੋਈ ਬਾਹਰੋਂ ਹਮਲਾਵਰ ਆ ਕੇ ਉਸ ਨੂੰ ਨੁਕਸਾਨ ਨਾ ਪਹੁੰਚਾਏ, ਔਰ ਆਪਣੇ ਰਾਜ ਵਿੱਚ ਰਹਿਣ ਵਾਲੇ ਵੀ ਲੋਕ ਜਿਹੜੇ ਨੇ ਉਹ ਵੀ ਇੱਕ ਦੂਸਰੇ ਨਾਲ ਕੋਈ ਵਿਤਕਰਾ ਨਾ ਕਰਨ। ਸੋ ਐਸਾ ਰਾਜ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਦੱਸਿਆ ਸੀਗਾ, ਉਹ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਵ ਦੇ। ਸੋ ਕੱਲ ਦਾ ਜਿਹੜਾ ਪ੍ਰੋਗਰਾਮ ਹੈ ਉਸ ਦੇ ਵਿੱਚ ਬਹੁਤ ਸਾਰੇ ਵਰਲਡ ਹਿਊਮਨ ਰਾਈਟਸ ਡੇ ਹੈ, ਕਿਉਂਕਿ ਯੂਨਾਈਟਿਡ ਨੇਸ਼ਨ ਦੇ ਵਿੱਚ ਇਹ ਵਰਲਡ ਵਾਈਡ ਇਹ ਦਿਨ ਮਨਾਇਆ ਜਾ ਰਿਹਾ ਹੈ। ਤੇ ਕੱਲ 1 ਤੋਂ 4 ਵਜੇ ਤੱਕ ਸਾਊਥ ਹਾਲ ਦੇ ਵਿਖੇ ਪ੍ਰੋਗਰਾਮ ਹੋ ਰਿਹਾ, ਮੌਨਸੂਨ ਪੈਲਸ ਹੈਗਾ, ਉੱਥੇ ਪ੍ਰੋਗਰਾਮ ਹੋ ਰਿਹਾ। ਸਮੂਹ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਕਿ ਉੱਥੇ ਹੁਮ ਆ ਕੇ ਪੁੱਜੋ। ਉੱਥੇ ਹੋਰ ਵੀ ਵਿਚਾਰਵਾਨ ਬੜੇ ਵਿਦਵਾਨ ਲੋਕੀ ਪੁੱਜ ਰਹੇ ਨੇ। ਸੋ ਦਾਸ ਕੋਲੋਂ ਵੀ ਕੋਈ ਬੋਲਦਿਆਂ ਅੰਤਕ ਹਿੱਤਾਂ ਦੇ ਵਿਰੁੱਧ, ਗੁਰੂ ਦੀ ਸ਼ਾਨ ਦੇ ਵਿਰੁੱਧ ਕੋਈ ਗੱਲ ਕਹਿ ਗਏ ਹੋਈ ਤੇ ਮਾਫ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਪ੍ਰਿਤਪਾਲ ਸਿੰਘ ਜੀ ਖਾਲਸਾ, ਜੋ ਕਿ ਦਲ ਖਾਲਸਾ ਇੰਟਰਨੈਸ਼ਨਲ ਗਰੁੱਪ ਦੇ ਚੇਅਰਪਰਸਨ। ਇਹਨਾਂ ਨਾਲ ਸਾਡੀ ਗੱਲਬਾਤ ਹੋ ਰਹੀ ਸੀ, ਜੋ ਕਿ ਸਵਿਟਜ਼ਰਲੈਂਡ ਦੀ ਧਰਤੀ ਤੋਂ ਸਾਡੇ ਕੋਲ ਪੁੱਜੇ ਸਨ, ਜੋ ਕਿ ਹਿਊਮਨ ਰਾਈਟਸ ਲਈ ਕੰਮ ਕਰ ਰਹੇ ਹਨ, ਔਰ ਜਿਨ੍ਹਾਂ ਤੋਂ ਅਸੀਂ ਬੇਬਾਕ ਹੋ ਕੇ ਸਵਾਲ ਪੁੱਛੇ, ਉਹਨਾਂ ਨੇ ਜਵਾਬ ਵੀ ਦਿੱਤੇ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਹਿਊਮਨ ਰਾਈਟਸ ਡੇ ਅੱਜ ਹੈ 63ਵਾਂ, ਔਰ ਕੱਲ ਨੂੰ ਜੋ ਹੈ ਦਲ ਖਾਲਸਾ ਵੱਲੋਂ ਹੀ ਪ੍ਰੋਗਰਾਮ ਰੱਖਿਆ ਗਿਆ ਮਿਲਨ ਪੈਲੇਸ ਦੇ ਵਿੱਚ, ਜੋ ਕਿ ਸਾਊਥ ਹਾਲ ਵਿਖੇ ਹੈ, ਜਿੱਥੇ ਉਹਨਾਂ ਨੇ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਮਨਾਉਣਾ ਹੈ 1 ਤੋਂ 4 ਵਜੇ ਤੱਕ। ਜੇ ਆਪ ਜੀ ਜ਼ਰੂਰ ਪਹੁੰਚੋ।